ਇੱਕ ਨਗਰ ਵਿੱਚ ਇੱਕ ਬਹੁਤ ਅਮੀਰ ਸ਼ਾਹੂਕਾਰ ਰਹਿੰਦਾ ਸੀ, ਜਿਸ ਦੇ ਘਰ ਵਿੱਚ ਧਨ ਦੀ ਕਮੀ ਨਹੀਂ ਸੀ। ਪਰੰਤੂ ਉਸ ਨੂੰ ਇੱਕ ਬਹੁਤ ਵੱਡਾ ਦੁੱਖ ਸੀ ਕਿ ਉਸ ਦੇ ਕੋਈ ਪੁੱਤਰ ਨਹੀਂ ਸੀ। ਉਹ ਇਸੇ ਚਿੰਤਾ ਵਿੱਚ ਦਿਨ ਰਾਤ ਲੱਗਾ ਰਹਿੰਦਾ ਸੀ। ਉਹ ਪੁੱਤਰ ਦੀ ਕਾਮਨਾ ਲਈ ਹਰੇਕ ਸੋਮਵਾਰ ਨੂੰ ਸ਼ਿਵ ਜੀ ਦਾ ਵਰਤ ਅਤੇ ਪੂਜਾ ਕਰਦਾ ਸੀ ਅਤੇ ਸ਼ਾਮ ਨੂੰ ਸ਼ਿਵ ਮੰਦਿਰ ਵਿੱਚ ਜਾ ਕੇ ਸ਼ਿਵ ਜੀ ਦੇ ਸਾਹਮਣੇ ਦੀਵਾ ਜਗਾਇਆ ਕਰਦਾ ਸੀ। ਉਸ ਦੀ ਇਸ ਭਗਤੀ ਭਾਵ ਨੂੰ ਦੇਖ ਕੇ ਇੱਕ ਸਮੇਂ ਸ਼੍ਰੀ ਪਾਰਵਤੀ ਜੀ ਨੇ ਸ਼ਿਵ ਜੀ ਮਹਾਰਾਜ ਨੂੰ ਕਿਹਾ, ਮਹਾਰਾਜ, ਇਹ ਸਾਹੂਕਾਰ ਆਪਦਾ ਪੱਕਾ ਭਗਤ ਹੈ ਅਤੇ ਸਦਾ ਆਪਦਾ ਵਰਤ ਤੇ ਪੂਜਾ ਬੜੀ ਸ਼ਰਧਾ ਨਾਲ ਕਰਦਾ ਹੈ। ਇਸ ਦੀ ਮਨੋਕਾਮਨਾ ਪੂਰੀ ਕਰਨੀ ਚਾਹੀਦੀ ਹੈ। ਸ਼ਿਵ ਜੀ ਨੇ ਕਿਹਾ, हे ਪਾਰਵਤੀ, ਇਹ ਸੰਸਾਰ ਕਰਮ ਖੇਤਰ ਹੈ। ਜਿਸ ਤਰ੍ਹਾਂ ਕਿਸਾਨ ਖੇਤ ਵਿੱਚ ਜਿਸ ਤਰ੍ਹਾਂ ਦਾ ਬੀਜ ਬੀਜਦਾ ਹੈ, ਉਸੇ ਤਰ੍ਹਾਂ ਦਾ ਫਲ ਕੱਟਦਾ ਹੈ। ਉਸੇ ਤਰ੍ਹਾਂ ਪ੍ਰਾਣੀ ਇਸ ਸੰਸਾਰ ਵਿੱਚ ਜਿਹੋ ਜਿਹਾ ਕਰਮ ਕਰਦੇ ਹਨ, ਉਹ ਜਿਹਾ ਹੀ ਫਲ ਭੋਗਦੇ ਹਨ। ਪਾਰਵਤੀ ਜੀ ਨੇ ਅਤਿਅੰਤ ਨਿਮਰਤਾ ਨਾਲ ਕਿਹਾ, ਮਹਾਰਾਜ, ਜਦ ਇਹ ਆਪਦਾ ਪਿਆਰਾ ਭਗਤ ਹੈ ਅਤੇ ਜੇਕਰ ਇਸ ਨੂੰ ਕਿਸੇ ਤਰ੍ਹਾਂ ਦਾ ਦੁੱਖ ਹੈ ਤਾਂ ਉਸ ਨੂੰ ਜ਼ਰੂਰ ਦੂਰ ਕਰਨਾ ਚਾਹੀਦਾ ਹੈ, ਕਿਉਂਕਿ ਆਪ ਸਦਾ ਆਪਣੇ ਭਗਤਾਂ ਤੇ ਦਇਆਲੂ ਰਹਿੰਦੇ ਹੋ ਅਤੇ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਦੇ ਹੋ। ਜੇਕਰ ਆਪ ਇੰਜ ਨਹੀਂ ਕਰੋਗੇ ਤਾਂ ਮਨੁੱਖ ਤੁਹਾਡੀ ਸੇਵਾ ਅਤੇ ਵਰਤ ਕਿਉਂ ਕਰਨਗੇ? ਪਾਰਵਤੀ ਜੀ ਦੀ ਇਸ ਤਰ੍ਹਾਂ ਦੀ ਬੇਨਤੀ ਦੇਖ ਸ਼ਿਵ ਜੀ ਮਹਾਰਾਜ ਕਹਿਣ ਲੱਗੇ, हे ਪਾਰਵਤੀ, ਇਸ ਦੇ ਕੋਈ ਪੁੱਤਰ ਨਹੀਂ ਹੈ। ਇਸੇ ਚਿੰਤਾ ਵਿੱਚ ਇਹ ਦੁਖੀ ਰਹਿੰਦਾ ਹੈ। ਇਸ ਦੇ ਭਾਗਾਂ ਵਿੱਚ ਪੁੱਤਰ ਨਾ ਹੋਣ ਤੇ ਵੀ ਮੈਂ ਇਸ ਨੂੰ ਪੁੱਤਰ ਦੀ ਪ੍ਰਾਪਤੀ ਦਾ ਵਰ ਦਿੰਦਾ ਹਾਂ, ਪਰੰਤੂ ਇਹ ਪੁੱਤਰ ਸਿਰਫ 12 ਸਾਲ ਤੱਕ ਜਿਉਂਦਾ ਰਹੇਗਾ। ਇਸ ਦੇ ਬਾਅਦ ਵਿੱਚ ਉਹ ਮੌਤ ਨੂੰ ਪ੍ਰਾਪਤ ਹੋ ਜਾਏਗਾ। ਇਸ ਤੋਂ ਜ਼ਿਆਦਾ ਮੈਂ ਹੋਰ ਇਸ ਲਈ ਕੁਝ ਨਹੀਂ ਕਰ ਸਕਦਾ। ਇਹ ਸਭ ਗੱਲਾਂ ਸਾਹੂਕਾਰ ਸੁਣ ਰਿਹਾ ਸੀ। ਇਸ ਨਾਲ ਉਸ ਨੂੰ ਨਾ ਤਾਂ ਕੋਈ ਖੁਸ਼ੀ ਹੋਈ ਅਤੇ ਨਾ ਹੀ ਕੋਈ ਦੁੱਖ ਹੋਇਆ। ਉਹ ਪਹਿਲੇ ਵਾਂਗ ਹੀ ਸ਼ਿਵ ਜੀ ਮਹਾਰਾਜ ਦਾ ਵਰਤ ਅਤੇ ਪੂਜਾ ਕਰਦਾ ਰਿਹਾ। ਕੁਝ ਸਮਾਂ ਬੀਤਣ ਤੇ ਸਾਹੂਕਾਰ ਦੀ ਇਸਤਰੀ ਗਰਭਵਤੀ ਹੋਈ ਅਤੇ 10ਵੇਂ ਮਹੀਨੇ ਵਿੱਚ ਉਸ ਦੀ ਕੁੱਖੋਂ ਅਤੀ ਸੁੰਦਰ ਪੁੱਤਰ ਦੀ ਪ੍ਰਾਪਤੀ ਹੋਈ। ਸਾਹੂਕਾਰ ਦੇ ਘਰ ਬਹੁਤ ਖੁਸ਼ੀ ਮਨਾਈ ਗਈ, ਪਰੰਤੂ ਸਾਹੂਕਾਰ ਨੇ ਉਸ ਦੀ ਕੇਵਲ 12 ਸਾਲ ਦੀ ਉਮਰ ਜਾਣ ਕੇ ਜ਼ਿਆਦਾ ਪ੍ਰਸੰਨਤਾ ਜ਼ਾਹਿਰ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੂੰ ਭੇਦ ਹੀ ਦੱਸਿਆ। ਜਦੋਂ ਇਹ ਬਾਲਕ 11 ਸਾਲ ਦਾ ਹੋ ਗਿਆ ਅਤੇ ਉਸ ਬਾਲਕ ਦੀ ਮਾਤਾ ਨੇ ਉਸ ਦੇ ਪਿਤਾ ਨੂੰ ਵਿਆਹ ਆਦਿ ਲਈ ਕਿਹਾ, ਤਾਂ ਉਹ ਸਾਹੂਕਾਰ ਕਹਿਣ ਲੱਗਾ, ਅਜੇ ਮੈਂ ਇਸ ਦਾ ਵਿਆਹ ਨਹੀਂ ਕਰਾਂਗਾ, ਆਪਣੇ ਪੁੱਤਰ ਨੂੰ ਕਾਸ਼ੀ ਜੀ ਪੜ੍ਹਨ ਲਈ ਭੇਜਾਂਗਾ। ਫਿਰ ਸਾਹੂਕਾਰ ਨੇ ਆਪਣੇ ਸਾਲੇ ਅਰਥਾਤ ਬਾਲਕ ਦੇ ਮਾਮੇ ਨੂੰ ਬੁਲਾ ਕੇ ਉਸ ਨੂੰ ਬਹੁਤ ਸਾਰਾ ਧਨ ਦੇ ਕੇ ਕਿਹਾ, ਤੁਸੀਂ ਇਸ ਬਾਲਕ ਨੂੰ ਕਾਸ਼ੀ ਜੀ ਪੜ੍ਹਨ ਲਈ ਲੈ ਜਾਓ ਅਤੇ ਰਸਤੇ ਵਿੱਚ ਜਿਸ ਜਗ੍ਹਾ ਤੇ ਵੀ ਜਾਓ, ਯੱਗ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਵਾਉਂਦੇ ਜਾਓ। ਉਹ ਦੋਨੋਂ ਮਾਮਾ ਭਾਂਜਾ ਯੱਗ ਕਰਦੇ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਵਾਉਂਦੇ ਜਾ ਰਹੇ ਸਨ। ਰਸਤੇ ਵਿੱਚ ਉਹਨਾਂ ਨੂੰ ਇੱਕ ਸ਼ਹਿਰ ਆਇਆ। ਉਸ ਸ਼ਹਿਰ ਵਿੱਚ ਰਾਜੇ ਦੀ ਕੰਨਿਆ ਦਾ ਵਿਆਹ ਸੀ ਅਤੇ ਦੂਸਰੇ ਰਾਜੇ ਦਾ ਲੜਕਾ ਜਿਹੜਾ ਵਿਆਹ ਕਰਾਉਣ ਲਈ ਬਰਾਤ ਲੈ ਕੇ ਆਇਆ ਸੀ, ਉਹ ਇੱਕ ਅੱਖ ਤੋਂ ਕਾਣਾ ਸੀ। ਉਸ ਦੇ ਪਿਤਾ ਨੂੰ ਇਸ ਗੱਲ ਦੀ ਬੜੀ ਚਿੰਤਾ ਸੀ ਕਿ ਕਿਧਰੇ ਵਰ ਨੂੰ ਦੇਖ ਕੇ ਕੰਨਿਆ ਦੇ ਮਾਤਾ ਪਿਤਾ ਵਿਆਹ ਵਿੱਚ ਕਿਸੇ ਤਰ੍ਹਾਂ ਦੀ ਅੜਚਨ ਪੈਦਾ ਨਾ ਕਰ ਦੇਣ। ਇਸੇ ਕਾਰਨ ਜਦ ਉਸਨੇ ਸੇਠ ਦੇ ਅਤੀ ਸੁੰਦਰ ਲੜਕੇ ਨੂੰ ਦੇਖਿਆ ਤਾਂ ਮਨ ਵਿੱਚ ਵਿਚਾਰ ਕੀਤਾ ਕਿ ਕਿਉਂ ਨਾ ਟੁਕਣ ਵੇਲੇ ਇਸ ਲੜਕੇ ਤੋਂ ਵਰ ਦਾ ਕੰਮ ਚਲਾਇਆ ਜਾਏ। ਇਹੋ ਜਿਹਾ ਵਿਚਾਰ ਕਰ ਵਰ ਦੇ ਪਿਤਾ ਨੇ ਉਸ ਲੜਕੇ ਅਤੇ ਮਾਮੀ ਨਾਲ ਗੱਲ ਕੀਤੀ ਤਾਂ ਉਹ ਰਾਜੀ ਹੋ ਗਏ। ਫਿਰ ਉਹ ਲੜਕੇ ਨੂੰ ਵਰ ਦੇ ਕੱਪੜੇ ਪਹਿਨਾ ਅਤੇ ਘੋੜੀ ਤੇ ਚੜਾ ਟੁਕਣ ਲਈ ਲੈ ਗਏ। ਸਾਰਾ ਕੰਮ ਪ੍ਰਸੰਨਤਾ ਨਾਲ ਪੂਰਾ ਹੋ ਗਿਆ। ਫਿਰ ਵਰ ਦੇ ਪਿਤਾ ਨੇ ਸੋਚਿਆ ਕਿ ਜੇਕਰ ਵਿਆਹ ਦਾ ਕੰਮ ਵੀ ਇਸੇ ਲੜਕੇ ਤੋਂ ਕਰਵਾ ਲਿਆ ਜਾਏ ਤਾਂ ਕੀ ਬੁਰਾਈ ਹੈ। ਇਹੋ ਜਿਹਾ ਵਿਚਾਰ ਕਰਕੇ ਉਸਨੇ ਲੜਕੇ ਅਤੇ ਉਸਦੇ ਮਾਮੇ ਨੂੰ ਕਿਹਾ, ਜੇਕਰ ਆਪ ਫੇਰਿਆਂ ਦਾ ਅਤੇ ਕੰਨਿਆਦਾਨ ਦੇ ਕੰਮ ਨੂੰ ਵੀ ਪੂਰਾ ਕਰਾ ਦਿਓ ਤਾਂ ਆਪ ਦੀ ਬੜੀ ਕਿਰਪਾ ਹੋਏਗੀ ਅਤੇ ਮੈਂ ਇਸ ਦੇ ਬਦਲੇ ਵਿੱਚ ਆਪ ਨੂੰ ਬਹੁਤ ਸਾਰਾ ਧਨ ਦਿਆਂਗਾ। ਤਾਂ ਉਹਨਾਂ ਨੇ ਸਵੀਕਾਰ ਕਰ ਲਿਆ ਅਤੇ ਵਿਆਹ ਕਾਰਜ ਵੀ ਬਹੁਤ ਚੰਗੀ ਤਰ੍ਹਾਂ ਨਾਲ ਸੰਪੰਨ ਹੋ ਗਿਆ। ਪਰੰਤੂ ਜਿਸ ਸਮੇਂ ਲੜਕਾ ਜਾਣ ਲੱਗਾ ਤਾਂ ਉਸਨੇ ਰਾਜਕੁਮਾਰੀ ਦੀ ਚੁੰਨੀ ਦੇ ਪੱਲੇ ਤੇ ਲਿਖ ਦਿੱਤਾ ਕਿ ਤੇਰਾ ਵਿਆਹ ਤਾਂ ਮੇਰੇ ਨਾਲ ਹੋਇਆ ਹੈ, ਪਰੰਤੂ ਜਿਸ ਰਾਜਕੁਮਾਰ ਨਾਲ ਤੈਨੂੰ ਭੇਜਣਗੇ ਉਹ ਇੱਕ ਅੱਖ ਤੋਂ ਕਾਣਾ ਹੈ ਅਤੇ ਮੈਂ ਕਾਸ਼ੀ ਜੀ ਪੜ੍ਹਨ ਲਈ ਜਾ ਰਿਹਾ ਹਾਂ। ਲੜਕੇ ਦੇ ਜਾਣ ਦੇ ਬਾਅਦ ਉਸ ਰਾਜਕੁਮਾਰੀ ਨੇ ਜਦ ਆਪਣੀ ਚੁੰਨੀ ਤੇ ਇੰਜ ਲਿਖਿਆ ਹੋਇਆ ਦੇਖਿਆ ਤਾਂ ਉਸਨੇ ਰਾਜਕੁਮਾਰ ਦੇ ਨਾਲ ਜਾਣ ਤੋਂ ਨਾ ਕਰ ਦਿੱਤੀ ਅਤੇ ਕਿਹਾ, ਇਹ ਮੇਰਾ ਪਤੀ ਨਹੀਂ ਹੈ, ਮੇਰਾ ਵਿਆਹ ਇਸ ਨਾਲ ਨਹੀਂ ਹੋਇਆ ਹੈ, ਉਹ ਤਾਂ ਕਾਸ਼ੀ ਜੀ ਪੜ੍ਹਨ ਲਈ ਗਿਆ ਹੈ। ਰਾਜਕੁਮਾਰੀ ਦੇ ਮਾਤਾ ਪਿਤਾ ਨੇ ਆਪਣੀ ਕੰਨਿਆ ਨੂੰ ਵਿਦਾ ਨਹੀਂ ਕੀਤਾ ਅਤੇ ਬਰਾਤ ਵਾਪਸ ਚਲੀ ਗਈ। ਉਧਰ ਸੇਠ ਦਾ ਲੜਕਾ ਅਤੇ ਉਸਦਾ ਮਾਮਾ ਕਾਸ਼ੀ ਜੀ ਪਹੁੰਚ ਗਏ। ਉੱਥੇ ਜਾ ਕੇ ਉਹਨਾਂ ਨੇ ਯੱਗ ਕਰਨਾ ਅਤੇ ਲੜਕੇ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ। ਜਦੋਂ ਲੜਕੇ ਦੀ ਉਮਰ 12 ਸਾਲ ਦੀ ਹੋ ਗਈ, ਉਸ ਦਿਨ ਉਹਨਾਂ ਨੇ ਯੱਗ ਰਚਿਆ ਰੱਖਿਆ ਸੀ ਕਿ ਲੜਕੇ ਨੇ ਆਪਣੇ ਮਾਮਾ ਜੀ ਨੂੰ ਕਿਹਾ, ਮਾਮਾ ਜੀ, ਅੱਜ ਮੇਰੀ ਤਬੀਅਤ ਕੁਝ ਠੀਕ ਨਹੀਂ ਹੈ। ਮਾਮੇ ਨੇ ਕਿਹਾ, ਅੰਦਰ ਜਾ ਕੇ ਸੌਂ ਜਾਓ। ਲੜਕਾ ਅੰਦਰ ਜਾ ਕੇ ਸੌਂ ਗਿਆ ਅਤੇ ਥੋੜੀ ਦੇਰ ਵਿੱਚ ਉਸਦੇ ਪ੍ਰਾਣ ਨਿਕਲ ਗਏ। ਜਦੋਂ ਉਸਦੇ ਮਾਮੇ ਨੇ ਆ ਕੇ ਦੇਖਿਆ ਤਾਂ ਉਹ ਮੁਰਦਾ ਪਿਆ ਸੀ। ਉਸਨੂੰ ਬੜਾ ਦੁੱਖ ਹੋਇਆ ਅਤੇ ਉਸਨੇ ਸੋਚਿਆ
ਕਿ ਜੇਕਰ ਮੈਂ ਹੁਣੇ ਰੋਣਾ ਪਿੱਟਣਾ ਮਚਾ ਦਿਆਂਗਾ ਤਾਂ ਯੱਗ ਦਾ ਅਰਜ ਅਧੂਰਾ ਨਾ ਰਹਿ ਜਾਏ। ਆਖਿਰ ਉਸਨੇ ਜਲਦੀ ਨਾਲ ਯੱਗ ਦਾ ਕਾਰਜ ਖਤਮ ਕਰ ਬ੍ਰਾਹਮਣਾਂ ਦੇ ਜਾਣ ਤੋਂ ਬਾਅਦ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ। ਸੰਜੋਗ ਨਾਲ ਉਸੇ ਸਮੇਂ ਸ਼੍ਰੀ ਪਾਰਵਤੀ ਜੀ ਉਧਰੋਂ ਜਾ ਰਹੇ ਸੀ। ਜਦੋਂ ਉਹਨਾਂ ਨੇ ਜ਼ੋਰ-ਜ਼ੋਰ ਨਾਲ ਰੋਣ ਦੀ ਆਵਾਜ਼ ਸੁਣੀ ਤਾਂ ਪਾਰਵਤੀ ਜੀ ਕਹਿਣ ਲੱਗੀ, ਮਹਾਰਾਜ ਕੋਈ ਦੁਖੀ ਰੋ ਰਿਹਾ ਹੈ, ਇਸ ਦੇ ਕਸ਼ਟ ਨੂੰ ਦੂਰ ਕਰੋ। ਜਦ ਸ਼ਿਵ ਪਾਰਵਤੀ ਜੀ ਨੇ ਕੋਲ ਜਾ ਕੇ ਦੇਖਿਆ ਤਾਂ ਉੱਥੇ ਇੱਕ ਲੜਕਾ ਮੁਰਦਾ ਪਿਆ ਸੀ। ਪਾਰਵਤੀ ਜੀ ਕਹਿਣ ਲੱਗੇ, ਮਹਾਰਾਜ ਇਹ ਤਾਂ ਉਸੇ ਸੇਠ ਦਾ ਲੜਕਾ ਹੈ ਜਿਹੜਾ ਆਪਦੇ ਵਰਦਾਨ ਨਾਲ ਹੋਇਆ ਸੀ। शिव जी कहन लगे, हे पार्वती इसकी उम्र इन्नी ही सी, ਉਹ ਇਹ ਭੋਗ ਚੁੱਕਾ ਹੈ। ਤਦ ਪਾਰਵਤੀ ਜੀ ਨੇ ਕਿਹਾ, हे ਮਹਾਰਾਜ ਇਸ ਬਾਲਕ ਨੂੰ ਹੋਰ ਉਮਰ ਦਿਓ, ਨਹੀਂ ਤਾਂ ਇਸ ਦੇ ਮਾਤਾ ਪਿਤਾ ਤੜਪ ਤੜਪ ਕੇ ਮਰ ਜਾਣਗੇ। ਪਾਰਵਤੀ ਜੀ ਦੇ ਬਾਰ-ਬਾਰ ਬੇਨਤੀ ਕਰਨ ਤੇ ਸ਼ਿਵ ਜੀ ਨੇ ਉਸ ਨੂੰ ਜੀਵਨ ਵਰਦਾਨ ਦਿੱਤਾ ਅਤੇ ਸ਼ਿਵ ਜੀ ਮਹਾਰਾਜ ਦੀ ਕਿਰਪਾ ਨਾਲ ਲੜਕਾ ਜੀਵਿਤ ਹੋ ਗਿਆ। ਸ਼ਿਵ ਜੀ ਅਤੇ ਪਾਰਵਤੀ ਕੈਲਾਸ਼ ਪਰਬਤ ਨੂੰ ਚਲੇ ਗਏ। ਤਦ ਉਹ ਲੜਕਾ ਅਤੇ ਮਾਮਾ ਉਸੇ ਤਰ੍ਹਾਂ ਯੱਗ ਕਰਦੇ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਵਾਉਂਦੇ ਆਪਣੇ ਘਰ ਵੱਲ ਚੱਲ ਪਏ। ਰਸਤੇ ਵਿੱਚ ਉਸੇ ਸ਼ਹਿਰ ਆਏ ਜਿੱਥੇ ਉਸ ਦਾ ਵਿਆਹ ਹੋਇਆ ਸੀ। ਉੱਥੇ ਆ ਕੇ ਉਹਨਾਂ ਨੇ ਯੱਗ ਸ਼ੁਰੂ ਕਰ ਦਿੱਤਾ ਤਾਂ ਉਸ ਲੜਕੇ ਦੇ ਸਹੁਰੇ ਨੇ ਉਸ ਨੂੰ ਪਹਿਚਾਨ ਲਿਆ ਅਤੇ ਆਪਣੇ ਮਹਿਲ ਵਿੱਚ ਲਿਜਾ ਕੇ ਉਸ ਦੀ ਬੜੀ ਖਾਤਰ ਕੀਤੀ। ਨਾਲ ਹੀ ਬਹੁਤ ਸਾਰੀਆਂ ਦਾਸ ਦਾਸੀਆਂ ਸਹਿਤ ਆਦਰ ਪੂਰਵਕ ਲੜਕੀ ਅਤੇ ਜਵਾਈ ਨੂੰ ਵਿਦਾ ਕੀਤਾ। ਜਦੋਂ ਉਹ ਆਪਣੇ ਸ਼ਹਿਰ ਦੇ ਕੋਲ ਆਏ ਤਾਂ ਮਾਮੇ ਨੇ ਕਿਹਾ ਕਿ ਮੈਂ ਪਹਿਲਾਂ ਤੇਰੇ ਘਰ ਜਾ ਕੇ ਖਬਰ ਕਰ ਆਉਂਦਾ ਹਾਂ। ਜਦ ਉਸ ਲੜਕੇ ਦਾ ਮਾਮਾ ਘਰ ਪਹੁੰਚਿਆ ਤਾਂ ਲੜਕੇ ਦੇ ਮਾਤਾ ਪਿਤਾ ਘਰ ਦੀ ਛੱਤ ਤੇ ਬੈਠੇ ਸਨ ਅਤੇ ਇਹ ਪ੍ਰਣ ਕਰ ਰੱਖਿਆ ਸੀ ਕਿ ਜੇਕਰ ਸਾਡਾ ਪੁੱਤਰ ਠੀਕ ਠਾਕ ਵਾਪਸ ਆਇਆ ਤਾਂ ਅਸੀਂ ਰਾਜੀ ਖੁਸ਼ੀ ਹੇਠਾਂ ਆ ਜਾਵਾਂਗੇ, ਨਹੀਂ ਤਾਂ ਛੱਤ ਤੋਂ ਡਿੱਗ ਕੇ ਆਪਣੇ ਪ੍ਰਾਣ ਦੇ ਦਿਆਂਗੇ। ਇੰਨੇ ਵਿੱਚ ਉਸ ਲੜਕੇ ਦੇ ਮਾਮੇ ਨੇ ਆ ਕੇ ਇਹ ਸਮਾਚਾਰ ਦਿੱਤਾ ਕਿ ਆਪਦਾ ਪੁੱਤਰ ਆ ਗਿਆ ਹੈ ਤਾਂ ਉਹਨਾਂ ਨੂੰ ਵਿਸ਼ਵਾਸ ਨਹੀਂ ਆਇਆ। ਤਦ ਉਸ ਦੇ ਮਾਮੇ ਨੇ ਸਹੁੰ ਖਾ ਕੇ ਕਿਹਾ ਕਿ ਆਪਦਾ ਪੁੱਤਰ ਆਪਣੀ ਇਸਤਰੀ ਦੇ ਨਾਲ ਬਹੁਤ ਸਾਰਾ ਧਨ ਨਾਲ ਲੈ ਕੇ ਆਇਆ ਹੈ। ਤਾਂ ਸੇਠ ਨੇ ਆਨੰਦ ਦੇ ਨਾਲ ਸਵਾਗਤ ਕੀਤਾ ਅਤੇ ਬੜੀ ਪ੍ਰਸੰਨਤਾ ਨਾਲ ਰਹਿਣ ਲੱਗੇ। ਇਸੇ ਤਰ੍ਹਾਂ ਜੋ ਕੋਈ ਵੀ ਸੋਮਵਾਰ ਦੇ ਵਰਤ ਨੂੰ ਧਾਰਨ ਕਰਦਾ ਹੈ ਜਾਂ ਇਸ ਕਥਾ ਨੂੰ ਪੜ੍ਹਦਾ ਜਾਂ ਸੁਣਦਾ ਹੈ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਬੋਲੋ ਸ਼ਿਵ ਸ਼ੰਕਰ ਭੋਲੇਨਾਥ ਕੀ ਜੈ।